ਭਾਰਤ ਸਰਕਾਰ ਦੇ ਆਪਰੇਸ਼ਨ ਗੰਗਾ ਦੇ ਵਿਦੇਸ਼ ਮੰਤਰਾਲੇ ਦਾ ਬਿਆਨ ਕਿਹਾ ਹੁਣ ਤੱਕ 18,000 ਭਾਰਤੀ ਛੱਡ ਚੁੱਕੇ ਨੇ ਯੂਕਰੇਨ। 15 ਸਪੈਸ਼ਲ ਜਹਾਜ਼ਾਂ ਦੇ ਜ਼ਰੀਏ ਇੱਕ ਦਿਨ ਦੇ ਵਿੱਚ 3,000 ਭਾਰਤੀ ਲਿਆਂਦੇ ਗਏ ਵਾਪਸ। ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਵਾਰਾਣਸੀ ਦੇ ਵਿੱਚ ਕੀਤੀ ਮੁਲਾਕਾਤ। ਕਿਹਾ ਕੁਝ ਵਿਦਿਆਰਥੀਆਂ ਦਾ ਗੁੱਸਾ ਵੀ ਸੁਭਾਵਿਕ, ਪਰ ਸਮੇਂ ਦੇ ਹਿਸਾਬ ਦੇ ਨਾਲ ਉਹ ਵੀ ਸਮਝਣਗੇ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ। रूस ने यूक्रेन ते तेज किते हमले। हुण रिहायशी इलाकिਆਂ ਨੂੰ ਵੀ ਕੀਤਾ ਜਾ ਰਿਹਾ टारगेट। किते उड़ाए ब्रिज, किते उड़ाए तेल दे डिपो। यूक्रेन ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ रूस ਨੂੰ ਦਿੱਤੀ ਚੇਤਾਵਨੀ। ਕਿਹਾ रूस ਨੂੰ ਕਰਨੀ ਹੋਵੇਗੀ ਨੁਕਸਾਨ ਦੀ ਭਰਪਾਈ। ਦੁਬਾਰਾ ਸਿਰਜਾਂਗੇ ਹਰ ਸ਼ਹਿਰ ਤੇ ਕੱਲ। ਨਤੀਜਿਆਂ ਤੋਂ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦਾ ਵੱਡਾ ਇਲਜ਼ਾਮ। ਅਕਾਲੀ ਦਲ ਦਾ ਬੀਜੇਪੀ ਉੱਤੇ ਵੱਡਾ ਇਲਜ਼ਾਮ। ਚੰਦੂਮਾਜਰਾ ਬੋਲੇ ਪੰਜਾਬ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਉਣ ਵੱਲ ਵਧ ਰਹੀ ਹੈ ਬੀਜੇਪੀ। ਬੀਐਸਐਫ ਤੋਂ ਲੈ ਕੇ ਬੀਬੀਐਮਬੀ ਤੱਕ ਦੇ ਫੈਸਲਿਆਂ ਦੀ ਦਿੱਤੀ ਮਿਸਾਲ। ਪੁਰਾਣੇ ਸਾਥੀ ਅਕਾਲੀ ਦਲ ਦੇ ਨਾਲ ਹੱਥ ਮਿਲਾ ਸਕਦੀ ਹੈ ਬੀਜੇਪੀ। ਫਤਿਹਜੰਗ ਬਾਜਵਾ ਬੋਲੇ ਜੇ ਅਕਾਲੀਆਂ ਦੀਆਂ ਆਈਆਂ 35 ਸੀਟਾਂ ਤਾਂ ਗੱਠਜੋੜ ਦੀ ਸੰਭਾਵਨਾ। ਨਿਊਜ਼ ਇੰਡੀਆ ਨੇ ਬੋਲੇ ਵਲਟੋਹਾ ਹਾਲਾਤ ਮੁਤਾਬਕ ਹੋ ਸਕਦਾ ਹੈ ਅਲਾਇੰਸ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਿਆਨ। ਕਿਹਾ ਪੰਜਾਬ 'ਚ ਬੀਜੇਪੀ ਨੇ ਸਰਕਾਰ ਬਣਾਉਣ ਦੇ ਲਈ ਲੜੀ ਹੈ ਚੋਣ। ਗੱਠਜੋੜ ਦਾ ਅੱਜ ਸਵਾਲ ਨਹੀਂ। ਬਨੂੜ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਤੇ ਇਨਕਮ ਟੈਕਸ ਵਿਭਾਗ ਦੀ ਰੇਡ। ਫੈਕਟਰੀ ਨੂੰ ਸੀਲ ਕਰਕੇ ਕੀਤੀ ਜਾ ਰਹੀ ਹੈ ਪੜਤਾਲ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਯੂਕਰੇਨ ਤੇ ਰੂਸ ਦੇ ਹਾਲਾਤ ਦੀ। ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਸ ਸਭ ਦੇ ਵਿਚਾਲੇ ਫਰਾਂਸ ਦੇ ਰਾਸ਼ਟਰਪਤੀ ਦੇ ਵੱਲੋਂ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ। ਫਰਾਂਸ ਦੇ ਰਾਸ਼ਟਰਪਤੀ ਦਾਅਵਾ ਕਰ ਰਹੇ ਨੇ ਕਿ ਯੂਕਰੇਨ ਦੇ ਵਿੱਚ ਬਹੁਤ ਬੁਰਾ ਹੋਣ ਵਾਲਾ ਹੈ। ਪੁਤਿਨ ਦੇ ਨਾਲ ਗੱਲਬਾਤ ਤੋਂ ਬਾਅਦ ਬੋਲੇ ਨੇ ਮੈਂਕਰੋ ਤੇ ਰਾਸ਼ਟਰਪਤੀ ਨੇ ਫਰਾਂਸ ਦੇ, ਤੇ ਉਹਨਾਂ ਨੇ ਕਿਹਾ ਕਿ ਪੁਤਿਨ ਯੂਕਰੇਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਪੁਤਿਨ ਯੂਕਰੇਨ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ। ਤਾਂ ਪੂਰੀ ਜੰਗ ਨੂੰ ਸ਼ੁਰੂ ਹੋਏ 8 ਦਿਨ ਦੇ ਕਰੀਬ ਸਮਾਂ ਹੋ ਚੱਲਿਆ ਤੇ ਇਸ ਵਿਚਾਲੇ ਹੁਣ ਯੂਕਰੇਨ ਦੇ ਵਿੱਚ ਬਹੁਤ ਬੁਰਾ ਹਾਲ ਹੋ ਸਕਦਾ ਹੈ। ਇਹ ਜ਼ਿਕਰ ਕੀਤਾ ਗਿਆ ਫਰਾਂਸ ਦੇ ਰਾਸ਼ਟਰਪਤੀ ਨੂੰ। ਕੀ ਇਹ ਸੰਕੇਤ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦੇ ਨੇ? ਕਿ ਫਰਾਂਸ ਦੇ ਰਾਸ਼ਟਰਪਤੀ ਦੇ ਵੱਲੋਂ ਜਦੋਂ ਰੂਸ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਗਈ ਹੈ, ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕੀਤੀ ਗਈ ਹੈ, ਤਾਂ ਕਿ ਉਹਨਾਂ ਦੇ ਬਿਆਨ, ਪੁਤਿਨ ਦੇ ਬਿਆਨ ਇਸ਼ਾਰਾ ਕਰ ਰਹੇ ਨੇ ਕਿ ਯੂਕਰੇਨ ਦੇ ਉੱਤੇ ਰੂਸ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰ ਸਕਦਾ ਹੈ। ਪਰਮਾਣੂ ਹਥਿਆਰ ਦਾ ਮਤਲਬ ਅਸੀਂ ਸਾਰੇ ਜਾਣਦੇ ਹਾਂ ਤਬਾਹੀ। ਕਈ ਕਿਲੋਮੀਟਰ, ਸੈਂਕੜੇ ਕਿਲੋਮੀਟਰਾਂ ਤੱਕ ਤਬਾਹੀ। ਔਰ ਗੱਲ ਕਰੀਏ ਖਾਸ ਤੌਰ ਤੇ ਅਸੀਂ ਰੂਸ ਦੀ, ਤਾਂ ਰੂਸ ਦੇ ਕੋਲ ਤਾਂ 5000 ਤੋਂ ਜ਼ਿਆਦਾ ਹਥਿਆਰ ਨੇ, ਪਰਮਾਣੂ ਹਥਿਆਰ, ਪਰਮਾਣੂ ਬੰਬ 5000 ਤੋਂ ਜ਼ਿਆਦਾ ਨੇ। ਇਸ ਦਾ ਮਤਲਬ ਸਿੱਧਾ ਜਾਏ ਕਿ ਜੇ ਪਰਮਾਣੂ ਹਥਿਆਰਾਂ ਵਾਲੀ ਜੰਗ ਹੋਈ ਤਾਂ ਫਿਰ ਕਈ ਦੇਸ਼ਾਂ ਦੇ ਨਕਸ਼ੇ ਖਤਮ ਹੋ ਸਕਦੇ ਨੇ ਦੁਨੀਆ ਦੇ ਵਿੱਚ। ਔਰ ਯੂਕਰੇਨ ਕੀ ਇਸ ਤਰ੍ਹਾਂ ਦਾ ਕੋਈ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਦਾ ਸਾਹਮਣਾ ਕਰ ਸਕਦਾ ਹੈ? ਇੱਕ ਵੱਡਾ ਸਵਾਲ ਹੈ, ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਦਰਅਸਲ ਪੁਤਿਨ ਦੇ ਨਾਲ ਗੱਲਬਾਤ ਕੀਤੀ ਹੈ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕੀਤੀ ਤੇ ਉਸ ਗੱਲਬਾਤ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਮੈਂਕਰੋ ਦਾ ਇਹ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਪੁਤਿਨ ਯੂਕਰੇਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਪੁਤਿਨ ਯੂਕਰੇਨ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ। ਸਮਝਣ ਦੀ ਇੱਥੇ ਵੀ ਜ਼ਰੂਰਤ ਹੈ ਕਿ ਆਖਿਰ ਪੂਰਾ ਵਿਵਾਦ ਕੀ ਹੈ। ਇਹ ਦੋਵੇਂ ਦੇਸ਼ਾਂ ਦੇ ਵਿਚਾਲੇ ਯੂਕਰੇਨ ਪਹਿਲਾਂ USSR ਦਾ ਹਿੱਸਾ ਹੁੰਦਾ ਸੀ, ਜਿਹੜਾ ਪੁਰਾਣਾ ਤੁਸੀਂ ਰੂਸ ਕਹਿ ਲਓ, ਰਸ਼ੀਆ ਕਹਿ ਲਓ, ਅੱਜ ਰੂਸ ਬਣ ਗਿਆ, ਪਹਿਲਾਂ USSR ਸੀ। ਔਰ 1991 ਦੇ ਵਿੱਚ ਜਦੋਂ ਅਲੱਗ ਹੁੰਦੇ ਨੇ ਤਾਂ ਫਿਰ ਯੂਕਰੇਨ ਬਣਦਾ। ਯੂਕਰੇਨ ਸਣੇ ਕਈ ਕੰਟਰੀਆਂ ਵਜੂਦ ਦੇ ਵਿੱਚ ਆਈਆਂ। ਯੂਕਰੇਨ ਦੇ ਵਿੱਚ ਪਹਿਲਾਂ ਜਿਹੜੀ ਸਰਕਾਰ ਸੀ ਉਹ ਪ੍ਰਭਾਵਿਤ ਸੀ ਰੂਸ ਤੋਂ ਹੀ, ਔਰ ਇੱਕ ਤਰੀਕੇ ਨਾਲ ਸਿੱਕਾ ਚੱਲਦਾ ਸੀ ਰੂਸ ਦੇ ਵਿੱਚ, ਜਿਸ ਦਾ ਵੀ ਸ਼ਾਸਨ ਹੁੰਦਾ ਸੀ। ਹੌਲੀ ਹੌਲੀ ਖਤਮ ਹੋਇਆ ਤੇ ਉਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚਾਲੇ ਵਿਵਾਦ ਵੱਧਦਾ ਗਿਆ। 2014 ਦੇ ਵਿੱਚ ਰੂਸ ਦੇ ਵੱਲੋਂ ਕ੍ਰੀਮੀਆ ਦੇ ਉੱਤੇ ਕਬਜ਼ਾ ਕਰ ਲਿਆ ਗਿਆ। ਕ੍ਰਾਮੀਆ ਜਿਹੜਾ ਇੱਕ ਵੱਡਾ ਸ਼ਹਿਰ ਹੈ, ਇੱਕ ਟਾਪੂ ਦੀ ਤਰ੍ਹਾਂ ਸ਼ਹਿਰ ਹੈ, ਉਸ ਦੇ ਉੱਤੇ ਕਬਜ਼ਾ ਕੀਤਾ ਗਿਆ ਯੂਕਰੇਨ ਦੇ ਸ਼ਹਿਰ ਦੇ ਉੱਤੇ। ਔਰ ਇਹ ਵਿਵਾਦ ਲਗਾਤਾਰ ਵੱਧਦਾ ਚੱਲਿਆ ਆ ਰਿਹਾ ਹੈ ਤੇ ਰੂਸ ਕਹਿ ਰਿਹਾ ਹੈ ਕਿ ਨਾਟੋ ਵਾਲੇ ਪਾਸੇ ਜਾ ਰਿਹਾ ਹੈ
यूक्रेन और नाटो की मैंबरशिप नहीं मिलनी चाहिए। और यह पूरा विवाद किते ना किते हुण किस तरीके नाल भांबड़ बन चुके, तस्वीरां उत्थे दीयां खबरां सब कुछ बयान करदियां ने। पर यह बहुत बड़ा बयान है फ्रांस के राष्ट्रपति का, ते की मतलब इसका कढ़िया जाए कि अजिहा एमोल मरेंको कोई अजिहा बयान दे रहे हैं, अजिही संभावना जता रहे हैं कि आने वाले दिनों के परमाणु हथियारों का भी सामना यूक्रेन को करना पै सकता है। खैर कुछ तस्वीरां तुहानूं दिखाने हैं। रूस ने यूक्रेन के उत्ते हमले तेज कर दिते हैं। रूस ने यूक्रेन के विच अजिही तबाही मचाई है कि हर पासे वीरानी चाहिए। फौजी ठिकाणियां दे नाल नाल यूक्रेन के पुल, सड़कां, स्कूल, तेल टैंक तबाह सब किते जा रहे हैं। किते किते रिहायशी इलाकों को भी टारगेट किया जा रहा। सब तस्वीरां तुहानूं दिखा रहे हैं जो रूस के वल्लों की तबाही की गवाही भरदियां ने। रूस के हमले ने यूक्रेन के विच तबाही है। 7 तस्वीरां ने जो इस तबाही के मंजर को बयान कर रही ने। ब्रिज उड़ा दिता गया, तेल के टैंक तबाह कर दिते गए, तेल के बड़े डिपू तबाह कर दिते गए, स्कूल को निशाना बनाया गया, स्कूल की इमारत खंडर दे विच तब्दील हो चुकी है। रिहायशी इलाके टारगेट हो रहे हैं। लोगों के घर जो उन्होंने आशियाने बहुत मेहनत के नाल बनाए होंगे उन्होंने तबाह किया जा रहा है। सड़कों के उत्ते यूक्रेनी लोग उतर आए ने, विरोध कर रहे हैं रूस दीयां फौजां दा। तबाही का मंजर है हर पासे। और इस विचाले यूक्रेन दे विच रूसी टैंक भी बहुत बड़ी गिणती दे विच वड़े हुए हैं। हालात अजिहे हो चुके हैं कि यूक्रेन नूं मुड़ खड़ा होने दे विच कई वरे, कई दहाके तक लग सकते हैं। यूक्रेन च तबाही दीयां ही तस्वीरां ने, पर 24 फरवरी तो पहलां ते बाद दीयां तस्वीरां सब कुछ चिंता दे विच पा रहीआं ने। रूस के ताबड़तोड़ हमलिਆਂ ਨੂੰ यूक्रेन के कई हिस्सों के विच तबाही मचा रहे हैं। हालात अजिहे हो चुके हैं कि यूक्रेन नूं मुड़ खड़ा होने दे विच कई साल लग सकते हैं। यूक्रेन के विच तबाही दी ही तस्वीरां ने, पर 24 फरवरी तो पहला सब कुछ वखरा सी। यूक्रेन हसदा खेडदा देश, हसदा वसदा देश, हसदे वसदे उत्थे देश शहर सी। 24 फरवरी हमले वाले दिन तो बाद कितना बदलिया, की कुछ बदलिया, इस रिपोर्ट च देखो। 24 फरवरी 2022 दिन सी जंग की शुरुआत का। रूस ने हमले किए शुरू, बाद तबाही का मंजर। पूरी दुनिया की इस वेले नजर जिथे है वो है यूक्रेन की धरती। 14 देश मदद लिए अगे आ चुके हैं। राष्ट्रपति को स्टैंडिंग ओवेशन तक मिले ते हर कोई नाल खड़न का दावा करता है। पर इस सब के पिछे जो तबाही हुण तक यूक्रेन की हो चुकी है वो किसी तो लुकी नहीं। अंदाजन हुण तक इन्नी तबाही यूक्रेन हो चुकी है कि मुड़ उसी सूरत आने के लिए यूक्रेन को कई साल लग जाएंगे। हालांकि राष्ट्रपति ज़ेलेंस्की का दावा है कि वो हर शहर ते घर नूं मुड़ सिरजणगे। पर यह जरूर तुहानूं दिखाने आ कि हमले तो पहला यूक्रेन किहो जिहा सी ते हमले तो बाद दा मंजर की है। सब तो पहला ये तस्वीर देखो। आम सड़क जिथों लंघदी एक गड्डी, पर धमाके तो बाद दे हालात। ते हुण ये तस्वीर एक खूबसूरत थां ते मिसाइली अटैक के धमाकिया ने न सिर्फ पूरा इलाका दहलाया बल्कि कई लोग मारे गए। शायद जिस तो बाद लिखा गया कि प्लीज स्टॉप किलिंग इनोसेंट पीपल। ते ये इमारत अटैक तो बाद पूरी बर्बाद, यानी धमाके तो पहला ते बाद की तस्वीर जाहिर कर रही है किस नुकसान तो गुजर रहा है यूक्रेन। तो सिर्फ एक क्यों, एक तो बाद एक ये तस्वीरें साफ दिखाउंदियां ने कि यूक्रेन ते कितना वड्डा घाटा नजर आ रहा है। बेशक रूस के लगातार हमले यूक्रेन का आर्थिक तौर पर बड़ा नुकसान कर रहे हैं, पर जज्बा ते हौसला यूक्रेनियां च बरकरार है। ब्यूरो रिपोर्ट, न्यूज़ 18 पंजाब। तो यूक्रेन रूस के अगे झुकण नूं तैयार नहीं है। महाताकत हुंदियां होइयां भी रूस हुण तक यूक्रेन ते पूरी तरह अपना कब्जा जमाउण दे विच नाकाम रहा है। या यह भी कहा जा सकता है कि रूस के हुण तक दे प्लान सब फेल हो चुके हैं। प्लान तो सीधा सी कि कीव ते कब्जा, अगले पहले कुछ दिनों दे विच खारकीव ते कब्जा ते फिर होर वड्डे शहरों के उत्ते कब्जा, पर वो प्लान सारे चौपट होंदे नजर आए ने। फौजां तो इलावा यूक्रेन के लोग भी रूस का डट के मुकाबला कर रहे हैं। रूस दीयां फौजां ते टैंकां दा राह तक रोकिया जा रहा है। यूक्रेन के लोग उतरे सड़कों ते, रूसी फौजां दा यूक्रेनिया ने रोकिया राह। रूस दियां गोलियां तो भी ना डरे यूक्रेन के लोग।
ਇੱਕ ਪਾਸੇ ਜੰਗ ਦੀ ਮਾਰ ਚੱਲ ਰਹੇ ਯੂਕਰੇਨ ਦਾ ਸਮਰਥਨ ਦੁਨੀਆ ਦਾ ਕਰੀਬ ਹਰ ਮੁਲਕ ਕਰ ਰਿਹਾ ਹੈ, ਉੱਥੇ ਹੀ ਯੂਕਰੇਨ ਰੂਸ ਅੱਗੇ ਝੁਕਣ ਨੂੰ ਤਿਆਰ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਲਗਾਤਾਰ ਇੱਕੋ ਗੱਲ ਕਹਿ ਰਹੇ ਨੇ ਕਿ ਉਹ ਕਦੇ ਵੀ ਨਹੀਂ ਝੁਕਣਗੇ। ਇਸ ਵਿਚਾਲੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਰੂਸ ਜ਼ਰੂਰ ਬੌਖਲਾ ਜਾਵੇਗਾ। ਅਸਲ 'ਚ ਯੂਕਰੇਨ ਦੇ ਲੋਕ ਸੜਕਾਂ ਤੇ ਆ ਰਹੇ ਨੇ ਅਤੇ ਰੂਸੀ ਆਰਮੀ ਦਾ ਰਾਹ ਰੋਕਣ ਲੱਗੇ ਨੇ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੈਂਕੜੇ ਯੂਕਰੇਨੀਅਨ ਲੋਕ ਰੂਸੀ ਫੌਜਾਂ ਅਤੇ ਟੈਂਕਾਂ ਨੂੰ ਅੱਗੇ ਵਧਣ ਤੋਂ ਰੋਕ ਰਹੇ ਨੇ। Это сейчас в центре. ਦੂਜੀਆਂ ਤਸਵੀਰਾਂ ਯੂਕਰੇਨ ਦੇ ਸ਼ਹਿਰ ਐਨਰਹੋਡਾਰ ਦੀਆਂ ਨੇ, ਜਦੋਂ ਲੋਕਾਂ ਨੇ ਨਿਊਕਲੀਅਰ ਪਾਵਰ ਪਲਾਂਟ ਵੱਲ ਜਾਂਦੀ ਰੂਸੀ ਆਰਮੀ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਦੌਰਾਨ ਰੂਸੀ ਆਰਮੀ ਨੇ ਹਵਾਈ ਫਾਇਰਿੰਗ ਵੀ ਕੀਤੀ, ਪਰ ਲੋਕ ਜਿਉਂ ਦੇ ਤਿਉਂ ਡਟੇ ਰਹੇ। Героям слава! Героям слава! Героям слава! ਤੀਜੀਆਂ ਤਸਵੀਰਾਂ ਯੂਕਰੇਨ ਵਾਸੀਆਂ ਵੱਲੋਂ ਰੂਸ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਦੀਆਂ ਨੇ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਰੂਸੀ ਆਰਮੀ ਫਾਇਰਿੰਗ ਦਾ ਸਹਾਰਾ ਲੈ ਰਹੀ ਹੈ, ਪਰ ਲੋਕ ਟਸ ਤੋਂ ਮਸ ਨਾ ਹੋਏ ਅਤੇ ਪ੍ਰਦਰਸ਼ਨ ਜਾਰੀ ਰੱਖਿਆ। Стреляют, стреляют, запугивают. У нас люди ничего не боятся. Руки трусятся, ё-моё. ਕੁੱਲ ਮਿਲਾ ਕੇ ਰੂਸ ਨੂੰ ਯੂਕਰੇਨ ਖਿਲਾਫ ਜੰਗ ਖਾਸੀ ਮਹਿੰਗੀ ਪੈ ਰਹੀ ਹੈ। ਦੁਨੀਆ ਦੀ ਦੂਜੀ ਵੱਡੀ ਆਰਮੀ ਦਾ ਮਾਲਕ ਰੂਸ ਛੋਟੇ ਜਿਹੇ ਯੂਕਰੇਨ ਨੂੰ ਜਿੱਤਣ ਲਈ ਜਦੋਜਹਿਦ ਕਰ ਰਿਹਾ ਹੈ, ਜਦਕਿ ਯੂਕਰੇਨ ਪੂਰੀ ਦੁਨੀਆ ਤੋਂ ਸਮਰਥਨ ਅਤੇ ਸਹਾਇਤਾ ਪ੍ਰਾਪਤ ਕਰਕੇ ਹੋਰ ਵੀ ਸ਼ਕਤੀਸ਼ਾਲੀ ਹੁੰਦਾ ਜਾ ਰਿਹਾ ਹੈ। ਪਰ ਇਹ ਸਭ ਵਿਚਾਲੇ ਲੋਕ ਯੂਕਰੇਨ ਵਾਸੀਆਂ ਦੀ ਬਹਾਦਰੀ ਦੇ ਕਾਇਲ ਹੋ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਬਹਾਦਰੀ ਦਾ ਜ਼ਿਕਰ ਤਾਂ ਹੋਏਗਾ, ਯੂਕਰੇਨ ਦੇ ਲੋਕਾਂ ਦੀ ਬਹਾਦਰੀ ਦਾ ਵੀ ਤੇ ਯੂਕਰੇਨੀਅਨ ਰਾਸ਼ਟਰਪਤੀ ਜ਼ੈਲੈਂਸਕੀ ਦਾ ਵੀ। ਪਰ ਇਸ ਸਭ ਦੇ ਵਿਚਾਲੇ ਜ਼ਿਕਰ ਭਾਰਤ ਸਰਕਾਰ ਦਾ ਵੀ ਖੂਬ ਹੈ, ਕਿਉਂਕਿ ਆਪਰੇਸ਼ਨ ਗੰਗਾ ਲਗਾਤਾਰ ਜਾਰੀ ਹੈ ਔਰ ਜੋ ਯੂਕਰੇਨ ਛੱਡ ਰਹੇ ਨੇ ਲੋਕ, ਗਵਾਂਢੀ ਮੁਲਕਾਂ ਜਾ ਰਹੇ ਨੇ, ਉੱਥੋਂ ਵਤਨ ਵਾਪਸ ਯਾਨੀ ਹਿੰਦੁਸਤਾਨ ਵਾਪਸ ਲਿਆਇਆ ਜਾ ਰਿਹਾ ਹੈ। ਭਾਰਤ ਸਰਕਾਰ ਦੇ ਆਪਰੇਸ਼ਨ ਗੰਗਾ ਦੇ ਤਹਿਤ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਕਿ ਹੁਣ ਤੱਕ 18,000 ਭਾਰਤੀ ਯੂਕਰੇਨ ਛੱਡ ਚੁੱਕੇ ਨੇ ਤੇ ਉਹਨਾਂ ਦੇ ਵਿੱਚੋਂ 15 ਸਪੈਸ਼ਲ ਜਹਾਜ਼ਾਂ ਦੇ ਜ਼ਰੀਏ ਇੱਕ ਦਿਨ ਦੇ ਵਿੱਚ 3,000 ਭਾਰਤੀ ਵਾਪਸ ਲਿਆਂਦੇ ਗਏ ਨੇ। ਹੁਣ ਤੱਕ ਜੇ ਟੋਟਲ ਨੰਬਰ ਦੀ ਆਪਾਂ ਜ਼ਿਕਰ ਕਰੀਏ ਤਾਂ 6,000 ਤੋਂ ਜ਼ਿਆਦਾ ਭਾਰਤੀ ਦੇਸ਼ ਪਰਤੇ ਨੇ। ਵਿਦੇਸ਼ ਮੰਤਰਾਲੇ ਦੀ ਸਟੇਟਮੈਂਟ ਹੈ ਜੋ ਉਹਨਾਂ ਦੇ ਵੱਲੋਂ ਆ ਕੇ ਪ੍ਰੈਸ ਕਾਨਫਰੰਸ ਕਰਕੇ ਦੱਸੀ ਗਈ। 24 ਘੰਟਿਆਂ ਦੇ ਵਿੱਚ 15 ਜਹਾਜ਼ ਦੇਸ਼ ਪਹੁੰਚੇ ਵੱਖ-ਵੱਖ ਦੇਸ਼ਾਂ ਤੋਂ, ਕਿਉਂਕਿ ਯੂਕਰੇਨ ਤੋਂ ਤਾਂ ਜਹਾਜ਼ ਨਹੀਂ ਉੱਡ ਰਹੇ, ਉੱਥੇ ਤਾਂ ਸਿਵਲ ਫਲਾਈਟਸ ਬਿਲਕੁਲ ਬੈਨ ਨੇ, ਉੱਥੇ ਤਾਂ ਸਿਰਫ ਲੜਾਕੂ ਜਹਾਜ਼ ਦਿਖਦੇ ਨੇ ਜੋ ਬੰਬ ਸੁੱਟਦੇ ਫਿਰਦੇ ਨੇ। ਤੇ ਪੋਲੈਂਡ, ਹੰਗਰੀ, ਰੋਮਾਨੀਆ, ਸਲੋਵਾਕੀਆ, ਤਾਂ ਇਹ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਪਹੁੰਚ ਗਏ, ਉੱਥੇ ਬਾਰਡਰ ਕ੍ਰਾਸ ਕੀਤਾ ਉਹਨਾਂ ਨੇ ਇੰਡੀਅਨ ਪਾਸਪੋਰਟ ਦਿਖਾ ਕੇ, ਤਾਂ ਉਹਨਾਂ ਨੂੰ ਜ਼ਰੂਰ ਜਿਹੜਾ ਭਾਰਤ ਲਿਆਂਦਾ ਜਾ ਰਿਹਾ ਹੈ ਔਰ ਉਹਨਾਂ ਦੀ ਵਾਪਸੀ ਲਗਾਤਾਰ ਹੋ ਰਹੀ ਹੈ। Total number of Indians who have left Ukraine since our advisories were issued, we estimate is now near 18,000. Okay, so I think yesterday it was around nearly 17,000 and today is nearly 18. Yeah, today is about 18,000. We will have questions. Just let me. The pace of Operation Ganga continues to accelerate. During the last 24 hours, 15 flights landed in India. As you see, I think it was 3, 6 and then 9. So 15 flights in one day, bringing back more than 3,000 Indians. So with this, it takes the total number of flights under Operation Ganga to 30, if I remember correctly. And I think that so we have brought back around 6,400 Indian citizens. ਤਾਂ ਆਪਰੇਸ਼ਨ ਗੰਗਾ ਲਗਾਤਾਰ ਜਾਰੀ ਹੈ ਔਰ ਜੋ ਕੀਵ ਦੇ ਵਿੱਚ, ਖਾਰਕੀਵ ਚ ਲੋਕ ਫਸੇ ਹੋਏ ਸੀ, ਬਾਰਡਰਾਂ ਉੱਤੇ ਪਹੁੰਚੇ ਤੇ ਉਹਨਾਂ ਦੀ ਵਾਪਸੀ, ਸੁਰੱਖਿਅਤ ਵਾਪਸੀ ਕਰਵਾਈ ਜਾ ਰਹੀ ਹੈ। ਉਧਰ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਜੋ ਯੂਕਰੇਨ ਤੋਂ ਪਰਤੇ ਨੇ। ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੇ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ। ਵਾਰਾਣਸੀ ਦੇ ਵਿੱਚ ਪੀਐਮ ਨੇ ਮੁਲਾਕਾਤ ਇਹਨਾਂ ਵਿਦਿਆਰਥੀਆਂ ਦੇ ਨਾਲ ਕੀਤੀ ਤੇ ਪ੍ਰਧਾਨ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਕੁਝ ਵਿਦਿਆਰਥੀਆਂ ਦਾ ਗੁੱਸਾ ਸੁਭਾਵਿਕ ਹੈ, ਪਰ ਵਕਤ ਦੇ ਨਾਲ ਉਹ ਵੀ ਸਮਝਣਗੇ
ਉਹ ਵੀ ਸਮਝਣਗੇ ਕਿ ਕਿਹੜੇ ਹਾਲਾਤ ਦੇ ਵਿੱਚ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਮਦਦ ਕੀਤੀ। ਹਾਲਾਤ ਕਿੰਨੇ ਮੁਸ਼ਕਿਲ ਸਨ, ਪਰ ਫਿਰ ਵੀ ਭਾਰਤ ਸਰਕਾਰ ਨੇ ਆਪਣੀਆਂ ਅਣਥੱਕ ਕੋਸ਼ਿਸ਼ਾਂ ਦੇ ਨਾਲ ਆਪਣੇ ਨਾਗਰਿਕਾਂ ਦੀ ਹਿਫਾਜ਼ਤ ਕੀਤੀ ਤੇ ਉਹਨਾਂ ਦੀ ਸੁਰੱਖਿਅਤ ਵਤਨ ਵਾਪਸੀ ਕਰਵਾਈ ਹੈ। बताइए कि भाई देश के लिए तो कुछ न कुछ करते रहना चाहिए, समाज का कर्ज कभी भूलना नहीं चाहिए। तो इस संकट के समय स्वाभाविक है, क्योंकि अगर कोई बच्चा गुस्सा भी करता है तो मैं मानता हूं ये स्वाभाविक है। भाई इतनी मुसीबत से आया है और इतनी ठंड में इतना चलना, तो ये बहुत स्वाभाविक है। अगर किसी बच्चे को, उसके माँ बाप को भी अगर गुस्सा है, इवन मेरे लिए, तो भी मेरा मत है कि उसका एक गुस्सा जायज है, जायज है। खैर जब समझेगा, मन शांत होगा तो फिर प्यार भी करेगा। चलिए, बहुत बहुत धन्यवाद। आपके परिवार को भी मेरी बहुत शुभकामनाएं भैया। ਤਾਂ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ ਹੈ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੇ ਨਾਲ। ਉਧਰ ਭਾਰਤ ਸਰਕਾਰ ਲਗਾਤਾਰ ਯੂਕਰੇਨ ਦੇ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਕੱਢ ਰਹੀ ਹੈ। ਹੁਣ ਤੱਕ ਹਜ਼ਾਰਾਂ ਵਿਦਿਆਰਥੀ, 6000 ਤੋਂ ਜ਼ਿਆਦਾ ਜਿਹੜੇ ਭਾਰਤੀ ਨੇ, ਉਹਨਾਂ ਦੀ ਸੁਰੱਖਿਅਤ ਵਾਪਸੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਮਾਪਿਆਂ ਨੂੰ ਤਸੱਲੀ ਮਿਲੀ ਹੈ, ਸਕੂਨ ਹੈ ਉਹਨਾਂ ਦੇ ਚਿਹਰੇ ਦੇ ਉੱਤੇ। ਕੁਝ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਹ ਪਰਿਵਾਰ ਸਰਕਾਰ ਦਾ ਸ਼ੁਕਰੀਆ ਅਦਾ ਕਰ ਰਹੇ ਨੇ। 5 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਬਠਿੰਡਾ, ਗੁਰਦਾਸਪੁਰ, ਮੋਹਾਲੀ, ਪਠਾਨਕੋਟ, ਰੋਹਤਕ, ਹਰਿਆਣਾ ਦੇ ਵਿੱਚ ਵੀ ਤਾਂ ਵੱਖ-ਵੱਖ ਥਾਵਾਂ ਤੋਂ ਇਹ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਲਾਜ਼ਮੀ ਤੌਰ ਤੇ ਇੱਕ ਸਕੂਨ ਵਾਲੀ ਗੱਲ ਤਾਂ ਜ਼ਰੂਰ ਇਹਨਾਂ ਪਰਿਵਾਰਾਂ ਦੇ ਲਈ ਹੈਗੀ ਹੈ। ਔਰ ਯੂਕਰੇਨ ਤੋਂ ਬਾਅਦ ਸੁਰੱਖਿਅਤ ਵਾਪਸੀ ਉਹਨਾਂ ਦੀ ਹੋਈ ਹੈ ਯੂਕਰੇਨ ਦੇ ਉਸ ਮਾਹੌਲ ਦੇ ਵਿੱਚੋਂ। ਤਾਂ ਮਾਪੇ ਖੁਸ਼ਕਿਸਮਤ ਸਮਝ ਰਹੇ ਨੇ। ਦੁਆਵਾਂ ਇਸ ਕਰਕੇ ਬਾਕੀਆਂ ਦੇ ਲਈ ਵੀ ਹੋ ਰਹੀ ਹੈ ਕਿ ਜੋ ਇਸ ਸਮੇਂ ਉਸ ਹਾਲਾਤ ਦੇ ਵਿੱਚ ਨੇ ਉਹ ਵੀ ਜਲਦ ਤੋਂ ਜਲਦ ਵਤਨ ਪਰਤਣ। ਰੂਸ ਅਤੇ ਯੂਕਰੇਨ ਵਿਚਾਲੇ ਜੰਗ 8ਵੇਂ ਦਿਨ ਵੀ ਲਗਾਤਾਰ ਜਾਰੀ ਰਹੀ। ਇੱਕ ਪਾਸੇ ਰੂਸ ਨੇ ਯੂਕਰੇਨ ਦੇ ਸ਼ਹਿਰ ਖੇਰਸਨ ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ, ਉੱਥੇ ਹੀ ਯੂਕਰੇਨ ਲਗਾਤਾਰ ਰੂਸੀ ਆਰਮੀ ਨੂੰ ਮਾਰਨ ਅਤੇ ਫੌਜੀ ਵੇੜੇ ਨੂੰ ਤਬਾਹ ਕਰਨ ਦੇ ਦਾਅਵੇ ਕਰ ਰਿਹਾ ਹੈ, ਜਦਕਿ ਭਾਰਤ ਦਾ ਸਾਰਾ ਜ਼ੋਰ ਆਪਣੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਬਚਾਉਣ ਤੇ ਲੱਗਿਆ ਹੋਇਆ ਹੈ। ਵੀਰਵਾਰ ਨੂੰ ਆਪਰੇਸ਼ਨ ਗੰਗਾ ਤਹਿਤ 1000 ਤੋਂ ਵੱਧ ਵਿਦਿਆਰਥੀ ਭਾਰਤ ਪਹੁੰਚੇ ਨੇ, ਜਿਨ੍ਹਾਂ 'ਚ ਭਾਰਤੀ ਹਵਾਈ ਫੌਜ ਦੇ C-17 ਜਹਾਜ਼ ਰਾਹੀਂ ਵਤਨ ਮੁੜੇ ਵਿਦਿਆਰਥੀ ਵੀ ਸ਼ਾਮਿਲ ਨੇ। ਵਿਦਿਆਰਥੀਆਂ ਨੇ ਆਪਣੇ ਮੁਲਕ ਵਾਪਸ ਪਹੁੰਚਣ ਤੇ ਬੇहद खुशी जाहिर की है। मैं गवर्नमेंट को बहुत थैंक यू बोलना चाहती हूँ। अगर हमारी गवर्नमेंट नहीं होती तो ये कभी पॉसिबल नहीं हो पाता। हमारी गवर्नमेंट ने सबसे पहले एक्शन लिया था इंडियन स्टूडेंट्स को इवैक्यूएट करने का। फिर हमारी गवर्नमेंट को देख के जो हमारे इंटरनेशनल फ्रेंड्स थे वो भी बोल रहे थे कि यार तुम्हारी गवर्नमेंट कितनी अच्छी है। फिर सभी की गवर्नमेंट ने एक्शन लेना शुरू किया। ਯੂਕਰੇਨ 'ਚ ਫਸੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਵੀਰਵਾਰ ਨੂੰ ਵਿਸ਼ੇਸ਼ ਉਡਾਨਾਂ ਰਾਹੀਂ ਪੋਲੈਂਡ ਤੋਂ ਦਿੱਲੀ ਪੁੱਜੇ ਨੇ। ਭਾਰਤ ਮੁੜੇ ਵਿਦਿਆਰਥੀਆਂ ਮੁਤਾਬਕ ਖਾਰਕਿਵ ਅਤੇ ਕੀਵ 'ਚ ਹਾਲਾਤ ਬੇहद ਖਰਾਬ ਨੇ। ਕੀਵ ਨੂੰ ਰੂਸੀ ਸੈਨਾਵਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਜਦਕਿ ਕਈ ਸ਼ਹਿਰਾਂ 'ਚ ਹਾਲਾਤ ਫਿਲਹਾਲ ਠੀਕ ਨੇ। ਵਿਦਿਆਰਥੀਆਂ ਨੇ ਉਹਨਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। मैं यूक्रेन में टर्नोपिल नेशनल मेडिकल यूनिवर्सिटी में 4th ईयर का स्टूडेंट हूँ। तो अभी कैसी सिचुएशन है वहाँ पे? सर टर्नोपिल में तो नॉर्मल है, बट ये थोड़ा एक डर होता है क्योंकि शाम को 6-7 बजते ही वहाँ सायरन शुरू हो जाते हैं। हम लोग बंकर में जाते थे, बट बाकी और सिटी में बहुत ज़्यादा कंडीशन ख़राब है। कीव है, आपका खारकिव है, कीव पूरा उड़ा दिया उन लोगों ने। ਉਧਰ ਭਾਰਤ ਸਰਕਾਰ ਨੇ ਯੂਕਰੇਨ ਦੇ ਗਵਾਂਢੀ ਮੁਲਕਾਂ 'ਚ ਕੇਂਦਰੀ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੀ ਮਦਦ ਲਈ ਤਾਇਨਾਤ ਕੀਤਾ ਹੈ। ਇਸ ਵਿਚਾਲੇ ਯੂਕਰੇਨ ਤੋਂ ਗਵਾਂਢੀ ਮੁਲਕਾਂ 'ਚ ਆਏ ਵਿਦਿਆਰਥੀਆਂ ਅਤੇ ਨਾਗਰਿਕਾਂ ਨਾਲ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਗੱਲਬਾਤ ਕੀਤੀ ਹੈ। ਦੂਜੇ ਪਾਸੇ VK ਸਿੰਘ ਵੱਲੋਂ ਵਿਦਿਆਰਥੀਆਂ ਨੂੰ ਖਾਣਾ ਅਤੇ ਹੋਰ ਜ਼ਰੂਰੀ ਸਮਾਨ ਦਿੱਤਾ ਗਿਆ ਹੈ।
ਕੇਂਦਰ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਕਿ ਅਗਲੇ 24 ਘੰਟਿਆਂ 'ਚ 4000 ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਉਣ ਦੀ ਯੋਜਨਾ ਹੈ, ਜਿਸ 'ਚ ਭਾਰਤੀ ਹਵਾਈ ਸੈਨਾ ਵੀ ਯੂਕਰੇਨ ਦੇ ਆਸ-ਪਾਸ ਦੇ ਦੇਸ਼ਾਂ ਤੋਂ ਵਿਸ਼ੇਸ਼ ਉਡਾਨਾਂ ਚਲਾ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲਾ ਮੁਤਾਬਕ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਕਰੀਬ 17000 ਭਾਰਤੀ ਨਾਗਰਿਕ ਯੂਕਰੇਨ ਛੱਡ ਚੁੱਕੇ ਨੇ, ਜਿਨ੍ਹਾਂ ਨੂੰ ਕੱਢਣ ਲਈ ਭਾਰਤ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਕੋਸ਼ਿਸ਼ਾਂ ਭਾਰਤ ਸਰਕਾਰ ਦੀਆਂ ਜਾਰੀ ਨੇ, ਪਰ ਇਸ ਸਭ ਦੇ ਵਿਚਾਲੇ ਜੋ ਅਜੇ ਤੱਕ ਨਹੀਂ ਪਰਤੇ ਨੇ ਉਹਨਾਂ ਦੇ ਮਾਪਿਆਂ ਦੀ ਚਿੰਤਾ ਵੀ ਇੱਕ ਲਾਜ਼ਮੀ ਔਰ ਸੁਭਾਵਿਕ ਹੈ। ਉਧਰ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਕਾਂਗਰਸ ਦੇ ਐਮਪੀ ਗੁਰਜੀਤ ਔਜਲਾ ਪੋਲੈਂਡ ਜਾ ਰਹੇ ਨੇ। ਔਜਲਾ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਵਿਦਿਆਰਥੀਆਂ ਦੀ ਮਦਦ ਲਈ ਉੱਥੇ ਲੋਕਲ ਟਰਾਂਸਪੋਰਟ ਦਾ ਉਹ ਪ੍ਰਬੰਧ ਕਰ ਸਕਣ। ਆਪਣੇ ਲੋਕਾਂ ਨੂੰ ਕੱਢਣ ਦੇ ਲਈ ਜੋ ਵੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੋਵੇਗੀ ਉਹ ਕਰਨਗੇ। गुरजीत जी, किस तरीके से ये कदम उठाया आपने? सरकार के तो कई नेता वहां पहुंच रहे हैं, मगर विपक्ष का एक नेता, कांग्रेस का एक नेता पहुंच रहा है। देखो, पिछले काफ़ी दिनों तो असी कोशिश कर रहे हैं कि सरकार दे नाल कॉन्टैक्ट करके जिन्नी की मदद हो सके। कई जगह ते सरकार दी फेलियर भी रही है, कई जगह ते ठीक काम भी कर रहे हैं। सो कोई शक नहीं, सरकार दे 4 मंत्री अलग अलग कंट्री दे विच, नेबर कंट्री दे विच बैठे ने, वो अपना काम कर रहे हैं। नाल दी नाल जिहड़ा लोकल जिहड़े NGOs ने, गुरु घर ने, जां जिहड़े होर लोग ने जिहड़े साडे जानन वाले ने, वो भी मतलब सारे मदद ते उतरे ने। और साडा काम बनता है कि उन्होंने विच जाके उन्होंने हौसला अफजाई करना। और नाल दी नाल जिहड़े खारकीव दे विच बच्चे फसे ने, सब तो वड्डी इस वेले चिंता दा विषय वो ने, क्योंकि बाकी बच्चे तकरीबन बॉर्डर साइड नूं आ गए ने, सेफ साइड, सेफ जोन च ने। पर जिहड़े खारकीव वाले और जिहड़े सुमी वाले बच्चे ने, उन्होंने बड़ी मुश्किल है। और हुण 1200 दे करीब बच्चा है, 20 बसां उन्होंने चाहिए। असीं सवेर दे लगे इत्थे ते वो बस कोशिश है, पर अजे तक कोई साधन मिलिया नहीं गा। अंबैसी राही भी कोशिश कर रहे हैं, मिनिस्टर साहबान नाल भी असीं टच च हैं, हरदीप पुरी जी नाल मेरी गल हुई है। और होर भी सचिन जोरे जिहड़े अपने सिंधिया जी गए, उन्होंने भी असीं मैसेज कीते ने कि किसी भी तरीके दे नाल बसां दा अरेंज कर दिओ। उस तो इलावा असीं जिहड़े प्राइवेट साडा पंजाबी भाईचारा उत्थे है, उन्होंने असीं कोशिश कर रहे जिहड़े वड्डे बिजनेसमैन ने, कोई ना कोई तरीका लभो किस तरीके दे नाल ट्रांसपोर्टेशन असीं, क्योंकि 1200 बच्चे ने, 1200 बच्चों नूं लिआउणा भी एक बड़ा बड़ा महना रखाउंदा है। सो मेरा मनना सी कि जिद्दां हुण इत्थों गल करदे हैं कि साडा दिन हुंदा, किते उन्हां दा रात हुंदा, वो गल बन नहीं पा रही। कोई फोन ते बिजी है, कोई किते बिजी है। जो उत्थे बैठे होवांगे ते बैठिया मेरा ख्याल है कि ज़्यादा इफैक्टिव होऊगा किसी भी तरीके दे नाल, क्योंकि इस वेले वड्डी चिंता साडी है कि खारकीव दे बच्चों नूं, क्योंकि तकरीबन सारे पढ़न वाले बच्चे ने, छोटी उम्र के बच्चे ने, एक 2-2 बच्चे है, सारे परिवारों के परिवार इत्थे सुकने पे ने, बड़ी मुश्किल है। सो मैं अपने लोग एफर्ट करनी है कि जिन्नी हो सकेगी, तो कोई यार दोस्त भी जो उत्थे पहुँच रहे हैं इकट्ठे होकर असीं कोशिश करांगे कि जिन्नी बेस्ट हो सकता। मतलब आप कह रहे हैं कि वहाँ पे जो अपने हैं, जो विदेश में जो अपने हैं, जो पूंजीपति हैं, जो थोड़े पैसे वाले हैं, उनको साथ में लेकर लोगों की मदद पहुंचाई जाए, लोगों की मदद की जाए। जो भूखे हैं उनको खाना खिलाएं, जो आवाजाही के लिए जो मदद जो भी संपन्न हो सके वो आप करने की कोशिश कर रहे हैं। नहीं, देखो पूंजीपति तो अपने आप लगे ने, इस वेले पूंजी की कमी नहीं हैगी उत्थे। इस वेले कमी है साधन जुटाउण दी, क्योंकि जिहड़ा यूक्रेन के अंदर एरिया ना, वो बड़ी मुश्किल परिस्थिति दे विच है। उत्थे कोई हो सकता कोई बस ड्राइवर भी काम कर जे, कोई ट्रक वाला भी काम कर जे, कोई टैक्सी वाला भी काम कर जे। पैसे की उत्थे कोई कमी नहीं हैगी, पैसे देण नूं तैयार ने, पैसे कोई भी खर्च देगा। पर मसला सिर्फ ये कि ट्रांसपोर्टेशन अरेंज किद्दां होनी है। साडा सब तो वड्डा वो कम्यूनीकेशन है किते हेठले लैवल ते, क्योंकि जरूरी नहीं कि किहड़ा पूंजीपति उही कढ के लिया सकदा। कोई बंदा ड्राइवर भी काम करदा, बस ड्राइवर भी काम कर सकदा, ਉਹਦੇ कोई साधन कोई कंपनी काम कर सकती है। ਤਾਂ ਜ਼ਰੂਰਤ ਹੈ ਇਸ ਸਮੇਂ ਇੱਥੇ ਇਹੀ ਹੈ ਕਿ ਕੋਈ ਸਿਆਸੀ ਗੱਲ ਨਹੀਂ, ਬਲਕਿ ਜਿਵੇਂ ਜਿਸ ਦਾ ਬਸ ਚੱਲਦਾ ਹੈ, ਬਸ ਮਦਦ ਹੋਵੇ ਉਹਨਾਂ ਲੋਕਾਂ ਦੀ ਜੋ ਇਸ ਸਮੇਂ ਮੁਸੀਬਤ ਦੇ ਵਿੱਚ ਫਸੇ ਨੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਪੰਜਾਬ ਦੀ ਸਿਆਸਤ ਦੀ ਕਰਾਂਗੇ। ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਪਾਸੇ ਅਕਾਲੀ ਭਾਜਪਾ ਦੇ ਮੁੜ ਗਠਜੋੜ ਦੀਆਂ ਖਬਰਾਂ ਨੇ ਜਾਂ ਕਹੀਏ ਕਿ ਚਰਚਾਵਾਂ ਨੇ, ਤਾਂ ਦੂਜੇ ਪਾਸੇ ਅਕਾਲੀ ਦਲ ਨੇ ਕੇਂਦਰ ਦੇ ਫੈਸਲਿਆਂ ਦੇ ਖਿਲਾਫ ਵੀ ਵੱਡਾ ਮੋਰਚਾ ਖੋਲ੍ਹਿਆ ਹੈ। BSF ਤੋਂ ਲੈ ਕੇ BBMB ਤੱਕ ਦੇ ਲਈ ਲਏ ਗਏ ਕੇਂਦਰ ਦੇ ਫੈਸਲਿਆਂ ਨੂੰ ਪੰਜਾਬ ਵਿਰੋਧੀ ਅਕਾਲੀ ਦਲ ਦੱਸ ਰਿਹਾ ਹੈ। ਇੱਕ ਪਾਸੇ ਅਕਾਲੀ ਭਾਜਪਾ ਦੇ ਮੁੜ ਰਲੇਵਾਂ ਕਰਨ ਦੀਆਂ ਕਿਆਸਰਾਈਆਂ ਤੇਜ਼ ਹੋ ਗਈਆਂ ਨੇ। ਦੋਵੇਂ ਪਾਰਟੀਆਂ ਦੇ ਆਗੂ ਗਠਜੋੜ ਨੂੰ ਹਾਂ ਪੱਖੀ ਹੁੰਗਾਰਾ ਦੇ ਰਹੇ ਨੇ, ਪਰ ਚੋਣਾਂ ਦੇ ਨਤੀਜਿਆਂ ਤੋਂ ਐਨ ਪਹਿਲਾਂ ਅਕਾਲੀ ਦਲ ਨੇ ਭਾਜਪਾ ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੇਂਦਰ ਪੰਜਾਬ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਵੱਲ ਵੱਧ ਰਿਹਾ ਹੈ। ਸੰਕੇਤ ਆ ਕਿ ਪੰਜਾਬ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਵੱਲ ਕੇਂਦਰ ਜਾ ਰਹੀ ਆ।
ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਨੇ ਪਹਿਲਾਂ BSF ਦਾ ਦਾਇਰਾ ਵਧਾਇਆ, ਫਿਰ ਚੰਡੀਗੜ੍ਹ ਦੇ 60-40 ਵਾਲੀ ਰੇਸ਼ੋ ਤੇ ਫੈਸਲਾ ਬਦਲਿਆ ਤੇ ਹੁਣ BBMB ਦਾ ਮਸਲਾ। ਚੰਦੂਮਾਜਰਾ ਨੇ ਕੇਂਦਰ ਤੇ ਪੰਜਾਬ ਦੇ ਹੱਕ ਹੋਣ ਦੇ ਇਲਜ਼ਾਮ ਲਾਏ। ਚੰਡੀਗੜ੍ਹ ਦੇ ਮਾਮਲੇ ਦੇ ਵਿੱਚ 60-40 ਦੀ ਰੇਸ਼ੋ ਸੀ, ਉਹ ਵੀ ਚੱਕੀ ਜਾ ਰਹੀ ਆ। ਚੰਡੀਗੜ੍ਹ ਟੈਂਪਰੇਰੀ ਯੂਟੀ ਬਣਾਇਆ ਸੀ, ਹੁਣ ਪੱਕੇ ਤੌਰ ਤੇ ਯੂਟੀ ਬਣਾਉਣ ਦੀਆਂ ਗੱਲਾਂ। BBMB ਦਾ ਮੁੱਦਾ ਗਰਮਾਇਆ ਹੋਇਆ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ CM ਦਾ ਇਸ ਮਸਲੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹਨਾਂ ਲੀਡਰਾਂ ਦੀ ਚੁੱਪ ਤੇ ਸਵਾਲ ਚੁੱਕੇ ਨੇ, ਨਾਲ ਹੀ ਸਾਰੀ ਪਾਰਟੀਆਂ ਨੂੰ ਇੱਕ ਹੋਣ ਦੀ ਅਪੀਲ ਵੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਮੁੱਢ ਤੋਂ ਹੀ ਕੇਂਦਰ ਦੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਦਖਲਅੰਦਾਜ਼ੀ ਦੇ ਵਿਰੋਧ 'ਚ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਚੁੱਪਧਾਰੀ ਬੈਠੇ ਨੇ। ਕੇਜਰੀਵਾਲ ਸਾਹਿਬ ਜਿਹੜੇ ਕਹਿੰਦੇ ਸੀ ਮੈਨੂੰ ਇੱਕ ਮੌਕਾ ਦਿਓ, ਉਹ ਬਿਲਕੁਲ ਚੁੱਪ ਬੈਠੇ ਨੇ। ਦੋਨਾਂ ਦੀ ਚੁੱਪ ਜਿਹੜੀ ਆ ਕਈ ਸਵਾਲ ਖੜੇ ਕਰ ਰਹੀ ਆ। ਉਧਰ ਇਲਜ਼ਾਮ ਭਾਜਪਾ ਦੇ ਲੱਗ ਰਹੇ ਨੇ ਤਾਂ ਪੰਜਾਬ ਭਾਜਪਾ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਦੇ ਟੱਚ ਵਿੱਚ ਆ। ਕੇਂਦਰ ਜੋ ਫੈਸਲਾ ਲਵੇਗਾ ਉਹ ਪੰਜਾਬ ਦੇ ਹਿੱਤ ਵਿੱਚ ਹੋਵੇਗਾ। केंद्र के पूरे संपर्क में है और मैं पूरे पंजाब को केवल आज इतना कह सकता हूं कि इसका समाधान पंजाब के हितों को ध्यान में रखकर बहुत जल्दी पंजाब बीजेपी अपने केंद्रीय नेतृत्व के साथ मिलकर निकालेगी। ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਪਰ VOTING ਤੋਂ ਬਾਅਦ ਕੇਂਦਰ ਨੇ BBMB ਦੇ ਨਿਯਮਾਂ 'ਚ ਤਬਦੀਲੀ ਕੀਤੀ, ਜਿਸ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਪਰ ਪੰਜਾਬ ਦੇ CM ਦਾ ਹਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ, ਜਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਵੀ ਸਵਾਲ ਚੁੱਕਿਆ ਸੀ। ਅਕਾਲੀ ਦਲ ਨੇ ਵੀ ਕੇਂਦਰ ਦੇ ਨਾਲ-ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਨੇ। ਚੰਡੀਗੜ੍ਹ ਤੋਂ ਮਨੋਜ ਕੁਮਾਰ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅਕਾਲੀ ਦਲ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ, ਪਰ ਇਸ ਸਭ ਦੇ ਵਿਚਾਲੇ ਪੰਜਾਬ 'ਚ ਚਰਚਾ ਇਸ ਸਮੇਂ ਇਹ ਵੀ ਹੈ ਕਿ ਜੇਕਰ ਹੰਗ ਅਸੈਂਬਲੀ ਹੁੰਦੀ ਹੈ ਤੇ ਜੇਕਰ ਅੰਕੜੇ ਕੁਝ ਇਸ ਤਰੀਕੇ ਨਾਲ ਨਤੀਜਿਆਂ ਦੇ ਵਿੱਚ ਆਏ ਕਿ ਅਕਾਲੀ ਦਲ ਔਰ BJP ਦੇ ਕੋਲ ਬਹੁਮਤ ਇਕੱਠੇ ਹੋ ਕੇ ਬਣਦਾ ਹੋਇਆ ਤਾਂ ਫਿਰ ਕੀ ਹੋਏਗਾ। 10 ਮਾਰਚ ਨੂੰ ਚੋਣ ਨਤੀਜੇ ਹੋਣੇ ਨੇ, ਪਰ ਉਸ ਤੋਂ ਪਹਿਲਾਂ ਹੀ ਇਸ ਸੰਭਾਵੀ ਗੜਜੋੜ ਨੂੰ ਲੈ ਕੇ ਵੀ ਚਰਚਾਵਾਂ ਹੋਣ ਲੱਗੀਆਂ ਨੇ। BJP ਅਤੇ ਅਕਾਲੀ ਦਲ ਦੇ ਆਗੂ ਗੜਜੋੜ ਦੇ ਸੰਕੇਤ ਦੇ ਰਹੇ ਨੇ। ਕਿ ਮੁੜ ਹੋਵੇਗਾ ਗੱਠਜੋੜ, ਅਕਾਲੀ BJP ਹੋਣਗੇ ਇੱਕ, ਰਿਸ਼ਤਿਆਂ ਦੇ ਵਿੱਚ ਦਰਾਰ ਹੋਵੇਗੀ ਦੂਰ। ਜੀ ਹਾਂ, ਚੋਣਾਂ ਖਤਮ ਹੋ ਚੁੱਕੀਆਂ ਨੇ ਤੇ ਨਤੀਜਿਆਂ ਦਾ ਇੰਤਜ਼ਾਰ ਹੈ। ਕਿਆਸ ਲਾਏ ਜਾ ਰਹੇ ਨੇ, ਸਿਆਸੀ ਮਾਹਰ ਤੇ ਸਿਆਸਤਦਾਨ ਹੰਗ ਅਸੈਂਬਲੀ ਆਉਣ ਦੇ ਖਦਸ਼ੇ ਪ੍ਰਗਟਾ ਰਹੇ ਨੇ। ਇਸ ਵਿਚਾਲੇ ਸਵਾਲ ਉੱਠ ਰਹੇ ਨੇ, BJP ਅਕਾਲੀ ਦਲ ਮੁੜ ਤੋਂ ਗੱਠਜੋੜ ਕਰਨਗੇ। ਕਰੀਬ 2.5 ਦਹਾਕੇ ਮਿਲ ਕੇ ਚੋਣਾਂ ਲੜਨ ਵਾਲੇ ਅਕਾਲੀ ਦਲ ਤੇ BJP ਇਸ ਵਾਰ ਵੱਖ-ਵੱਖ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਉਤਰੇ ਸਨ, ਪਰ ਦੋਵਾਂ ਦੇ ਇੱਕ ਦੂਜੇ ਪ੍ਰਤੀ ਸੁਰ ਜ਼ਿਆਦਾ ਤਿੱਖੇ ਨਹੀਂ ਹੋਏ। ਕਾਂਗਰਸ ਤੋਂ BJP ਵਿੱਚ ਗਏ ਫਤਿਹ ਜੰਗ ਬਾਜਵਾ ਤੋਂ ਗੱਠਜੋੜ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸੀਟਾਂ ਦੇ ਜੋੜ ਘਟਾਓ ਕਰਦਿਆਂ ਮੁੜ ਤੋਂ ਗੱਠਜੋੜ ਹੋਣ ਦੀ ਸੰਭਾਵਨਾ ਜਤਾਈ ਹੈ। ਅਸੀਂ ਮੈਂ ਵੀ ਅੰਦਾਜ਼ੇ ਲਾਈ ਜਾਵਾਂ, ਇਹ 10 ਤਰੀਕ ਨੂੰ ਤੁਹਾਨੂੰ ਨਜ਼ਰ ਆ ਜਾਣਾ। ਮੈਂ ਸਮਝਣਾ 15 ਤੋਂ 22 ਸੀਟਾਂ BJP ਔਰ 35 ਸੀਟਾਂ ਜੇ ਅਕਾਲੀ ਲੈ ਜਾਂਦੇ ਨੇ ਤੇ ਗਠਬੰਧਨ ਬਣ ਸਕਦਾ। ਜਦੋਂ ਨਿਊਜ਼ 18 ਨੇ ਅਕਾਲੀ ਦਲ ਤੋਂ ਗੱਠਜੋੜ ਬਾਰੇ ਪੁੱਛਿਆ ਤਾਂ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਬਸਪਾ ਦੇ ਨਾਲ ਉਹਨਾਂ ਦੇ ਗੱਠਜੋੜ ਦੀ ਪੂਰਨ ਬਹੁਮਤ ਦੀ ਸਰਕਾਰ ਆਵੇਗੀ, ਪਰ ਇਹ ਸੰਕੇਤ ਵੀ ਦਿੱਤੇ ਕਿ ਜੇਕਰ ਜ਼ਰੂਰਤ ਪਈ ਤੇ ਹਾਲਾਤਾਂ ਦੇ ਮੁਤਾਬਕ BJP ਨਾਲ ਵੀ ਅਲਾਈਅੰਸ ਹੋ ਸਕਦਾ ਹੈ। ਹੁਣ ਜਿੱਥੋਂ ਤੱਕ ਕੀ ਹਾਲਾਤ ਬਣਦੇ ਨੇ ਇਹ 10 ਤਰੀਕ ਤੋਂ ਬਾਅਦ ਪਤਾ ਲੱਗੂਗਾ, ਔਰ ਸਾਨੂੰ ਪੂਰਨ ਆਸ ਹੈ, ਜਿਸ ਤਰ੍ਹਾਂ ਦੇ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ 'ਚ ਬਹੁਮਤ ਦੇ ਨਾਲ ਸਰਕਾਰ ਬਣਾਊਗਾ, ਔਰ ਗਠਬੰਧਨ ਸਾਡਾ BSP ਦੇ ਨਾਲ ਹੈ, ਬਹੁਜਨ ਸਮਾਜ ਪਾਰਟੀ ਦੇ ਨਾਲ ਹੈ, ਔਰ ਸਾਡੀ ਬਹੁਤ ਵਧੀਆ ਜਿਹੜੀ ਹੈ ਬਹੁ ਗਿਣਤੀ ਦੇ ਨਾਲ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ। ਅੰਦਾਜ਼ੇ ਲੱਗ ਰਹੇ ਨੇ, ਕਈ ਲੀਡਰ ਖੁੱਲ ਕੇ ਬੋਲ ਰਹੇ ਨੇ ਤਾਂ ਕਈ ਆਪਣਾ ਪੱਖ ਮੀਡੀਆ ਦੇ ਸਾਹਮਣੇ ਖੁੱਲ ਕੇ ਰੱਖਣ ਤੋਂ ਬਚ ਰਹੇ ਨੇ। ਗੱਠਜੋੜ ਬਾਰੇ ਜਦੋਂ ਪੰਜਾਬ BJP ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਦਾ ਜਵਾਬ ਗੋਲਮੋਲ ਸੀ, ਪਰ ਉਹਨਾਂ ਨੇ BJP ਦੀ ਸਰਕਾਰ ਬਣਨ ਦਾ ਦਾਅਵਾ ਜ਼ਰੂਰ ਕੀਤਾ। ਪੰਜਾਬ ਦੇ ਲੋਕਾਂ ਨੇ, ਪੰਜਾਬੀਆਂ ਨੇ, ਪੰਜਾਬ ਦੇ ਵੋਟਰਾਂ ਨੇ ਜਿਸ ਖੁੱਲੇ ਮਨ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਤਿਆਸ਼ੀ ਸੀ, ਜਿਹੜੇ ਕੈਂਡੀਡੇਟ ਸੀ, ਉਹਨਾਂ ਦਾ ਸਮਰਥਨ ਕੀਤਾ, ਉਹ ਸਾਡਾ ਉਤਸ਼ਾਹ ਵਧਾਉਣ ਵਾਲਾ। ਔਰ ਤੁਸੀਂ ਪ੍ਰਣਾਮ ਤਾਂ 10 ਤਰੀਕ ਨੂੰ ਆਉਣਗੇ, ਉਹ ਮੈਨੂੰ ਲੱਗਦਾ ਕਿ ਬੜੀ ਅਨੁਕੂਲਤਾ ਆਏਗੀ
परिणामां दे अंदर भी जिहड़ा फीडबैक है वो दिखेगा। चुनाव जो लड़ा है बीजेपी ने, सरकार बनाने के लिए चुनाव लड़ा अपने सहयोगियों के साथ, और हम सरकार बनाएंगे। ਅਕਾਲੀ ਦਲ ਤੇ ਭਾਜਪਾ ਆਪਣੇ ਰਿਸ਼ਤੇ ਨੂੰ 9 ਮਾਸ ਦਾ ਰਿਸ਼ਤਾ ਦੱਸਦੇ ਸਨ, ਪਰ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਦੋਵੇਂ ਭਾਈਵਾਲ ਪਾਰਟੀਆਂ ਦੇ ਵਿੱਚ ਦਰਾਰ ਆ ਗਈ ਸੀ। ਸਿਆਸੀ ਮਾਹਰਾਂ ਦੇ ਅੰਦਾਜ਼ੇ ਹੰਗ ਸਰਕਾਰ ਵੱਲ ਨੇ ਤਾਂ ਇਸ ਵਿਚਾਲੇ ਸਵਾਲ ਇਹੀ ਹੈ ਕਿ ਜੇਕਰ ਇਹ ਅੰਦਾਜ਼ੇ ਸੱਚ ਹੋਏ ਤਾਂ ਫਿਰ ਦੋਵੇਂ ਭਾਈਵਾਲ ਪਾਰਟੀਆਂ ਇੱਕ ਹੁੰਦੀਆਂ ਨੇ ਜਾਂ ਫਿਰ ਨਹੀਂ। ਚੰਡੀਗੜ੍ਹ ਤੋਂ ਮਨੋਜ ਕੁਮਾਰ, ਨਿਊਜ਼ 18। ਉਧਰ ਚੰਡੀਗੜ੍ਹ ਦੇ ਵਿੱਚ ਪੰਜਾਬ ਬੀਜੇਪੀ ਨੇ ਚੋਣਾਂ ਅਤੇ ਨਤੀਜਿਆਂ ਨੂੰ ਲੈ ਕੇ ਵੀ ਮੰਥਨ ਕੀਤਾ। ਬੀਜੇਪੀ ਦਾ ਗੁਣਾ ਭਾਗ ਡੇਰਿਆਂ ਤੇ ਟਿਕਿਆ ਨਜ਼ਰ ਆਉਂਦਾ ਹੈ ਤੇ ਬੀਜੇਪੀ ਇਸ ਆਧਾਰ ਦੇ ਉੱਤੇ ਹੀ ਪੰਜਾਬ 'ਚ ਚੰਗੇ ਨਤੀਜਿਆਂ ਦੀ ਉਮੀਦ ਵੀ ਕਰ ਰਹੀ ਹੈ। ਪੰਜਾਬ ਵਿੱਚ 15,000 ਡੇਰਿਆਂ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੀ ਵੱਡੀ ਗਿਣਤੀ। ਡੇਰਾ ਸਿਰਸਾ, ਡੇਰਾ ਰਾਧਾ ਸਵਾਮੀ ਦੇ ਸ਼ਰਧਾਲੂਆਂ ਦੀ ਗਿਣਤੀ ਸਭ ਤੋਂ ਵੱਧ। ਤੇ ਪੰਜਾਬ ਚੋਣਾਂ ਦੌਰਾਨ ਇਹਨਾਂ ਡੇਰਿਆਂ ਤੇ ਨਜ਼ਰ ਆਉਂਦੀ ਹੈ। ਜਿਸ ਪਾਰਟੀ ਨੂੰ ਸਮਰਥਨ ਮਿਲਦਾ ਹੈ, ਪਾਰਟੀ ਦਾ ਪਲੜਾ ਭਾਰੀ ਹੋ ਜਾਂਦਾ ਹੈ। ਇਸੇ ਵਿਚਾਲੇ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ, ਨਤੀਜਿਆਂ ਦਾ ਇੰਤਜ਼ਾਰ ਹੈ। ਭਾਰਤੀ ਜਨਤਾ ਪਾਰਟੀ ਇਸ ਵਾਰ ਅਕਾਲੀ ਦਲ ਨਾਲੋਂ ਵੱਖ ਹੋ ਕੇ ਚੋਣ ਲੜ ਰਹੀ ਹੈ ਤੇ ਭਾਜਪਾ ਆਗੂ ਫਤਿਹ ਜੰਗ ਬਾਜਵਾ ਨੇ ਦਾਅਵਾ ਕਰ ਦਿੱਤਾ ਹੈ ਕਿ ਡੇਰਾ ਬਿਆਸ, ਡੇਰਾ ਸੱਚਾ ਸੌਦਾ ਤੇ ਹੋਰ ਡੇਰਿਆਂ ਦਾ ਸਮਰਥਨ ਭਾਜਪਾ ਨੂੰ ਮਿਲਿਆ ਹੈ। ਮਾਲਵੇ 'ਚ ਉਹਨਾਂ ਦੀਆਂ ਜ਼ਿਆਦਾ ਉਹਨਾਂ ਦਾ ਅਸਰ, ਉਹਨਾਂ ਦੇ ਜਿਹੜੇ ਫਾਲੋਅਰਸ ਨੇ। ਮਾਝੇ ਦੇ ਵਿੱਚ ਔਰ ਦੁਆਬੇ ਵਿੱਚ, ਮਾਝੇ ਵਿੱਚ ਰਾਧਾ ਸਵਾਮੀ ਵਾਲਿਆਂ ਦਾ ਹੈਗਾ ਡੇਰਾ, ਉਹ ਵੀ ਡੇਰਾ ਉਹਨਾਂ ਨੇ ਵੀ ਸਪੋਰਟ ਦਿੱਤੀ ਹੈ। ਦਿਵਿਆ ਜੋਤੀ ਵਾਲਿਆਂ ਨੇ ਸਪੋਰਟ ਦਿੱਤੀ ਹੈ, ਨਿਰੰਕਾਰੀਆਂ ਨੇ ਸਪੋਰਟ ਦਿੱਤੀ ਹੈ, ਨਾਮਧਾਰੀਆਂ ਨੇ ਸਪੋਰਟ ਦਿੱਤੀ ਹੈ। ਸੋ ਮੋਰ ਔਰ ਲੈਸ ਜਿਹੜੀ ਸਾਇਲੈਂਟ ਵੋਟ ਹੈ, ਜਿਹੜੀ ਬੀਜੇਪੀ ਨੂੰ ਇਹ ਪੈਣੀ ਹੈ, ਉਹ ਰਿਜ਼ਲਟਸ ਨੂੰ ਕਾਫੀ ਅਸਰ ਹੋਏਗਾ ਉਹਦਾ। ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਬੀਜੇਪੀ ਦੀ ਜਿੱਤ ਦਾ ਦਾਅਵਾ ਠੋਕਿਆ ਹੈ। ਦੁਸ਼ਯੰਤ ਗੌਤਮ ਦਾ ਕਹਿਣਾ ਹੈ ਕਿ ਭਾਜਪਾ ਨੂੰ ਇਸ ਵਾਰ ਲੋਕਾਂ ਨੇ ਵੱਡੀ ਗਿਣਤੀ ਵੋਟਾਂ ਪਾਈਆਂ ਨੇ। ਲੋਕਾਂ ਦੇ ਇਸ ਪਿਆਰ ਕਰਕੇ ਹੀ ਭਾਜਪਾ ਦੀ सरकार बनेगी। ज्यादातर उम्मीदवार अपने विजय के लिए आश्वस्त है और अच्छी सीटें जीत के आएंगे। कितनी सीटें सर? ऐसे काउंटिंग नहीं की है, अच्छी जीत। ਨਤੀਜਿਆਂ ਤੋਂ ਪਹਿਲਾਂ ਹਰ ਪਾਰਟੀ ਆਪੋ ਆਪਣੀ ਜਿੱਤ ਦਾ ਦਾਅਵਾ ਠੋਕ ਰਹੀ ਹੈ। ਡੇਰਿਆਂ ਦਾ ਪ੍ਰਭਾਵ ਵੀ ਵੋਟਾਂ ਤੇ ਬਹੁਤ ਵੇਖਣ ਨੂੰ ਮਿਲਦਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਵੀ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਫਰਲੋ ਵੀ ਸਵਾਲਾਂ ਦੇ ਘੇਰੇ ਵਿੱਚ ਰਹੀ ਸੀ। ਇਸ ਤੇ ਸਿਆਸੀ ਪਾਰਟੀਆਂ ਨੇ ਵਿਰੋਧ ਵੀ ਜਤਾਇਆ ਸੀ। 10 ਮਾਰਚ ਨੂੰ ਨਤੀਜੇ ਆਣੇ ਨੇ ਤੇ ਵੇਖਣਾ ਹੋਵੇਗਾ ਕਿ ਦਾਅਵਿਆਂ ਦੇ ਮੁਤਾਬਿਕ ਡੇਰਿਆਂ ਦਾ ਅਸਰ ਭਾਜਪਾ ਦੇ ਲਈ ਕਿੰਨਾ ਹਾਂ ਪੱਖੀ ਰਹਿੰਦਾ ਹੈ ਜਾਂ ਨਾ ਪੱਖੀ। ਚੰਡੀਗੜ੍ਹ ਤੋਂ ਮਨੋਜ ਕੁਮਾਰ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੰਕੜਿਆਂ ਦੇ ਉੱਤੇ ਤਾਂ ਸਭ ਦੀ ਨਜ਼ਰ ਹੈ ਇਸ ਸਮੇਂ ਔਰ ਸਭ ਨੂੰ ਲੱਗ ਰਿਹਾ ਕਿ ਵੋਟਾਂ ਆਉਣ ਵਾਲੇ ਪਾਸੇ ਹੀ ਪਈਆਂ ਨੇ। ਪਰ ਪੰਜਾਬ ਦੇ ਲੋਕਾਂ ਦੇ ਦਿਲ ਵਿੱਚ ਕੀ ਸੀ? ਉਹਨਾਂ ਨੇ ਜਾ ਕੇ ਈਵੀਐਮ ਦੇ ਉੱਤੇ ਸੁੱਚ ਕਿਹੜੀ ਪਾਰਟੀ ਵਾਲਾ ਸਭ ਤੋਂ ਜ਼ਿਆਦਾ ਦੱਬਿਆ ਹੈ, ਕਿਹੜਾ ਵਿਧਾਇਕ ਬਣੇਗਾ, ਕਿਹੜਾ ਉਮੀਦਵਾਰ ਜਿੱਤਿਆ, ਇਹ 10 ਤਰੀਕ ਨੂੰ ਹੀ ਪਤਾ ਲੱਗਣਾ ਹੈ ਔਰ ਲੋਕਾਂ ਦਾ ਫੈਸਲਾ ਸਭ ਤੋਂ ਉੱਤੇ। ਫਿਲਹਾਲ ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ, ਪਰ 10 ਮਾਰਚ ਨਤੀਜਿਆਂ ਵਾਲੇ ਦਿਨ ਸਵੇਰੇ 5 ਵਜੇ ਤੋਂ ਲਗਾਤਾਰ ਨਿਊਜ਼ 18 ਪੰਜਾਬ ਤੇ ਮੁਲਾਕਾਤ ਹੋਏਗੀ। ਫਿਲਹਾਲ ਇਜਾਜ਼ਤ ਦਿਓ।